ਇਹ ਦੋਵੇਂ ਮਿਲ ਕੇ ਜਨਾਹ ਕਰਦੇ ਰਹੇ ਨੇ ਮੇਰੀ ਬੱਚੀ ਨਾਲ। ਅੱਛਾ, ਕਿੰਨਾ ਚਿਰ ਬੱਚੀ ਦੇ ਨਾਲ ਜਿਨਸੀ ਜ਼ਿਆਦਤੀ ਕਰਦੇ ਰਹੇ ਨੇ ਦੋਨੇ ਦਰਿੰਦੇ ਮਿਲ ਕੇ? 5 ਤੋਂ 6 ਮਹੀਨੇ ਮੁਸਲਸਲ? ਹਾਂਜੀ, ਠੀਕ ਹੈ। ਕਰਦੇ ਰਹੇ ਨੇ, ਧਮਕਾ ਕੇ, ਉਹ ਵੀ ਡਰਾ ਕੇ। ਸਰ 5 ਤੋਂ 6 ਮਹੀਨੇ ਜਿਨਸੀ ਜ਼ਿਆਦਤੀ ਦਾ ਬੱਚੀ ਨੂੰ ਨਿਸ਼ਾਨਾ ਬਣਾਉਂਦੇ ਰਹੇ, ਤੁਹਾਨੂੰ ਕਦੀ ਨਹੀਂ ਪਤਾ ਚੱਲਿਆ? ਕਦੀ ਨਹੀਂ ਵੀਰੇ, ਮੈਨੂੰ ਨਹੀਂ ਪਤਾ ਚੱਲਿਆ। ਜਿਲੇ ਗਲਤ ਦਵਾਈਆਂ ਲਿਆ ਕੇ ਖਵਾਉਣੀਆਂ ਨੇ ਤੇ ਉਹਦੇ ਨਾਲ ਕੀ ਪਤਾ ਚੱਲਣਾ ਹੈ। ਹੰਬਲ ਹੈਗਾ ਸੀ ਕਿਉਂਕਿ ਦਵਾਈਆਂ ਖਵਾਉਂਦੇ ਰਹੇ, ਮੈਨੂੰ ਨਹੀਂ ਪਤਾ ਹੈਗਾ ਸੀ ਵੀ ਇਹਨੂੰ ਹੈ। ਮੈਨੂੰ ਤਾਂ ਇਹ ਸੀ ਨਾ, ਇਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇਹਨੂੰ ਰਿਮਸ਼ਾ ਨੂੰ ਅਗੇ ਪੈਂਡਾ ਸੀ ਤੇ ਅਸੀਂ ਆਪਰੇਸ਼ਨ ਕਰਵਾਉਣਾ ਹੈ। ਗਲਤ ਦਵਾਈਆਂ ਦੇ ਕੇ ਨਾ ਇਹਨਾਂ ਨੇ ਜਿਹੜਾ ਵੀ ਉਹ ਵੀਰੇ ਤੇਰੇ ਅੱਗੇ ਕਾਹਦਾ ਲੋਕੋ ਲੱਭੀ ਸਾਰਾ ਵੀ ਉਹ ਖਤਮ ਕਰ ਦਿੱਤਾ ਸੀ। ਜਿਸ ਤਰ੍ਹਾਂ ਮੇਰੀ ਬੱਚੀ ਤੜਫ ਕੇ ਮਰੀ, ਮੈਂ ਮਰਵਾਉਣਾ ਉਹਨਾਂ ਨੂੰ, ਹੋਰ ਕੁਝ नहीं ਮੈਨੂੰ ਚਾਹੀਦਾ, कोई है भी नहीं। अस्सलाम वालेकुम जी, आप देख रहे हैं उम्मीद नो और मैं हूं आपका होस्ट राना आफ्ताब। नाजरीन, इस वक्त मांगा मंडी में मौजूद है जहां पे एक सुतीले बाप ने अपने दोस्त के हमरा अपनी ही बेटी को जिनसी ज़्यादती का निशाना बनाया और वो बेटी जिनसी ज़्यादती को बर्दाश्त ना कर सकी और अपनी ज़िंदगी की बाजी हार गई। मेरे साथ इस वक्त मकतूला की वालिदा मौजूद है। आइए हम इनसे बात करते और जानते कि सारा वाक़या किस तरह से पेश आया। जी अस्सलाम वालेकुम। आ जी। वालेकुम सलाम। 5-6 महीने भी ये जनाह करदा रहा उनदे नाल। अच्छा, तुसी कित्थे हुंदे सी उस वेले? मैं उस टाइम भी मैं फैक्ट्री च लग गई सी। मैं फैक्ट्री च काम ते जाना भी आए हैं ना असी पिछों पिंडों, सिर्फ महीना घर रही हैं मैं, तो फिर फैक्ट्री लग गई। फैक्ट्री जान ला पे कि चलो घर दा गुजारा अच्छी तरह हो जाएगा, बंदे दा भी बंदा सहारा बन जाए। हाँ जी, मैं आख्या चलो घर दा गुजारा भी सोहना हो जाएगा, नाले बच्चों की मैं आख्या देखभाल भी सोहनी हो जाएगी, लीड़ा कपड़ा अच्छा, सब कुछ अच्छा। मैं काम करन ला पई बच्चों के खातर। ये जनाह करदा रहा घर ही डरा। तुसी किन्ने चिर तो जा रहे हो फैक्ट्री? मैं 2 साल काम किया है। ठीक है, तो 2 सालों ਦੇ ਵਿੱਚ ਤੁਸੀਂ ਬੱਚੀ ਨੂੰ ਕੱਲੀ ਘਰ ਛੱਡ ਜਾਂਦੇ ਸੀ? ਘਰ ਕੋਈ ਨਹੀਂ ਸੀ ਹੁੰਦਾ? ਕੱਲੀ ਨਹੀਂ, 2 ਮੇਰੇ ਬੇਟੇ ਹੁੰਦੇ ਸਨ ਵੀ ਇਹ ਛੋਟੇ ਸਨ। ਉਹ ਵੀ ਛੋਟੀ ਜੀ ਸੀ, ਐਡੀ ਨਹੀਂ ਵੱਡੀ ਹੈਗੀ ਸੀ। ਤੇ ਉਹਨੂੰ ਮੈਂ ਤਿੰਨਾਂ ਨੂੰ ਵੀ ਘਰ ਛੱਡ ਜਾਣਾ। ਚੌਥਾ ਇਹਨਾਂ ਦਾ ਅੱਬੂ ਹੁੰਦਾ, ਇੱਕ ਉਸ ਅੱਬੂ ਦੇ ਆਸਰੇ ਤੇ ਵੀ ਛੱਡ ਜਾਂਦੀ। ਮੈਂ ਕਿਹਾ ਚਲੋ ਇਹਨਾਂ ਦਾ ਅੱਬੂ ਹੈਗਾ, ਆਪੇ ਵੇਖਭਾਲ ਕਰੇਗਾ ਸਾਰਾ। ਉਹਨੂੰ ਆਖ ਜਾਂਦੀ ਵੀ ਰਿਮਸ਼ਾ ਦਾ ਖਿਆਲ ਰੱਖੀ ਵੀ ਜਿੰਨੇ ਛੋਟੀ ਜੀ ਪਾਲੀ ਸੀ 3 ਸਾਲਾਂ ਦੀ, ਤੇ ਮੈਂ ਤਾਂ ਉਹਦੇ ਤੇ ਇਤਬਾਰ ਹੀ ਪਿਓ ਹੀ ਹੈ ਬੱਚੀ ਦਾ, ਇਤਬਾਰ ਤੇ ਯਕੀਨ ਹੀ ਕਰਦੀ ਸਨ। ਮੈਂ ਆਖਿਆ ਨਹੀਂ ਅੱਬੂ ਇਹਦਾ। ਉਹ ਘਰ ਹੁੰਦਾ ਸੀ, ਉਹ ਕੋਈ ਕੰਮ ਨਹੀਂ ਕਰਦਾ ਸੀ? ਉਹਨੇ ਘਰ ਹੀ ਰਹਿਣਾ, ਰਕਸ਼ਾ ਲੈ ਕੇ ਦਿੱਤਾ, ਫੈਕਟਰੀ ਕੰਮ ਕਰਦੀ ਰਹੀ ਆ। ਉਹ ਕੰਮ ਕਿਉਂ ਨਹੀਂ ਸੀ ਕਰਦਾ? ਕੰਮ ਨਹੀਂ ਕਰਦਾ ਸੀ, ਬਸ ਪਿੱਟਦੀ ਰਹਿੰਦੀ, ਕਰਲਾਉਂਦੀ ਰਹਿੰਦੀ, ਤੂੰ ਕੰਮ ਕਰ ਲਿਆ ਕਰ, ਕੋਈ ਤੂੰ ਮਸ਼ੀਨਾਂ ਵੀ ਚਲਾ ਲੈਣਾ ਰਗੜਾਈ ਵਾਲੇ, ਤੂੰ ਉਸ ਕੰਮ ਤੇ ਜਾਂਦਾ ਰਿਹਾ ਕਰ। ਨਾ ਉਹ ਕੰਮ ਕਰਦਾ ਸੀ, ਨਾ ਰਕਸ਼ਾ ਚਲਾਉਂਦਾ ਸੀ। ਰਕਸ਼ਾ ਸਾਡਾ ਘਰ ਹੀ ਖੜਾ ਰਹਿੰਦਾ ਸੀ। ਫਿਰ ਉਹ ਤੋਂ ਬਾਅਦ ਫਿਰ ਵੀ ਉੱਥੇ ਇਹ ਨਾਲ ਸਜਾਦ ਨੂਰ ਲਾਇਆ ਹੈ। ਇਹਨਾਂ ਦੋਵਾਂ ਦੀ ਇੱਕੋ ਰਹਿ ਸੀ, ਇਮਰਾਨ ਦੀ ਤੇ ਸਜਾਦ ਦੀ। ਇਹ ਦੋਵੇਂ ਮਿਲ ਕੇ ਜਨਾਹ ਕਰਦੇ ਰਹੇ ਨੇ ਮੇਰੀ ਬੱਚੀ ਨਾਲ। ਅੱਛਾ, ਕਿੰਨਾ ਚਿਰ ਬੱਚੀ ਦੇ ਨਾਲ ਜਿਨਸੀ ਜ਼ਿਆਦਤੀ ਕਰਦੇ ਰਹੇ ਨੇ ਦੋਨੇ ਦਰਿੰਦੇ ਮਿਲ ਕੇ? 5 ਤੋਂ 6 ਮਹੀਨੇ ਮੁਸਲਸਲ? ਹਾਂਜੀ, ਠੀਕ ਹੈ। ਕਰਦੇ ਰਹੇ ਨੇ, ਧਮਕਾ ਕੇ, ਉਹ ਵੀ ਡਰਾ ਕੇ। ਇੱਕ ਕੋਲੇ ਪਿਸਤੌਲ ਹੁੰਦਾ ਸੀ, ਉਹਦਾ ਜਿਹੜਾ ਬੇਲੀ ਸੀ ਨਾ ਵੀ ਉਹ ਮਸੇਰ, ਉਹਦੇ ਕੋਲੇ ਹੈਗਾ ਸੀ ਪਿਸਤੌਲ, ਤੇ ਜਿਹੜਾ ਇਮਰਾਨ ਸੀ ਉਹ ਘਰ ਡੰਡਿਆਂ ਨਾਲ ਉਹਨੂੰ ਕੁੱਟਦਾ ਸੀ ਮੇਰੀ ਬੱਚੀ ਨੂੰ, ਰਿਮਸ਼ਾ ਨੂੰ। ਕਦੀ ਮੁਸਲਸਲ 5 ਤੋਂ 6 ਮਹੀਨੇ ਜਿਨਸੀ ਜ਼ਿਆਦਤੀ ਦਾ ਬੱਚੀ ਨੂੰ ਨਿਸ਼ਾਨਾ ਬਣਾਉਂਦੇ ਰਹੇ, ਤੁਹਾਨੂੰ ਕਦੀ ਨਹੀਂ ਪਤਾ ਚੱਲਿਆ? ਨਹੀਂ ਵੀਰੇ, ਮੈਨੂੰ ਨਹੀਂ ਪਤਾ ਚੱਲਿਆ। ਜਿਲੇ ਗਲਤ ਦਵਾਈਆਂ ਲਿਆ ਕੇ ਖਵਾਉਣੀਆਂ ਨੇ ਤੇ ਉਹਦੇ ਨਾਲ ਕੀ ਪਤਾ ਚੱਲਣਾ ਹੈ। ਹੰਬਲ ਹੈਗਾ ਸੀ ਕਿਉਂਕਿ ਦਵਾਈਆਂ ਖਵਾਉਂਦੇ ਰਹੇ, ਮੈਨੂੰ ਨਹੀਂ ਪਤਾ ਹੈਗਾ ਸੀ ਵੀ ਇਹਨੂੰ ਹੈ। ਮੈਨੂੰ ਤਾਂ ਇਹ ਸੀ ਨਾ, ਇਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਇਹਨੂੰ ਰਿਮਸ਼ਾ ਨੂੰ ਅਗੇ ਪੈਂਡਾ ਸੀ ਤੇ ਅਸੀਂ ਆਪਰੇਸ਼ਨ ਕਰਵਾਉਣਾ ਹੈ। ਜੇ ਦਵਾਈਆਂ ਵਗੈਰਾ ਵੀ ਖਵਾਉਂਦੇ ਸੀ ਤੁਹਾਡੀ ਗੈਰ ਮੌਜੂਦਗੀ, ਜਾਂ ਕਿਤੇ ਲੈ ਕੇ ਜਾਂਦੇ ਚੈੱਕਅਪ ਵਾਸਤੇ ਤੁਹਾਡੀ ਗੈਰ ਮੌਜੂਦਗੀ 'ਚ ਲੈ ਕੇ ਜਾਂਦੇ ਸੀ, ਤੇ ਬੱਚੀ ਨੇ ਵੀ ਕਦੀ ਨਹੀਂ ਤੁਹਾਨੂੰ ਦੱਸਿਆ? ਨਹੀਂ ਵੀਰੇ, ਮੈਨੂੰ ਕਦੇ ਨਹੀਂ ਦੱਸਿਆ ਸੀ। ਮੇਰੇ ਤੋਂ ਬਾਅਦ ਦੇ ਵਿੱਚ ਲੈ ਕੇ ਜਾਂਦੇ ਸਨ ਜਿਹੜੇ ਬੱਚੇ ਸਨ ਮੇਰੇ ਪੁੱਤਰ, ਉਹ ਦੋਵੇਂ ਵੀ ਸਕੂਲ ਜਾਂਦੇ ਰਹਿੰਦੇ ਸਨ। ਉਦੋਂ ਬਾਅਦ ਫਿਰ ਇਹਨੂੰ ਰਿਮਸ਼ਾ ਨੂੰ ਘਰੋਂ ਲੈ ਕੇ ਜਾਂਦੇ ਸਨ ਮੇਰੀ ਬੱਚੀ ਨੂੰ। ਠੀਕ ਹੈ। ਲਿਜਾ ਕੇ ਅੱਲਾ ਜਾਣੇ ਕਿੱਥੇ ਵੀਰੇ ਲਿਜਾਂਦੇ ਸਨ ਤੇ ਕਿੱਥੇ ਨਹੀਂ ਲਿਜਾਂਦੇ। ਗਲਤ ਦਵਾਈਆਂ ਦੇ ਕੇ ਨਾ ਇਹਨਾਂ ਨੇ ਜਿਹੜਾ ਵੀ ਉਹ ਵੀਰੇ ਤੇਰੇ ਅੱਗੇ ਕਾਹਦਾ ਲੋਕੋ ਲੱਭੀ ਸਾਰਾ ਵੀ ਉਹ ਖਤਮ ਕਰ ਦਿੱਤਾ ਸੀ। ਅੰਦਰ ਦੀਆਂ ਆਂਦਰਾਂ ਵੀ ਹੁੰਦੀਆਂ ਗਲ ਗਈਆਂ ਸਨ। ਇੰਨੀ ਜ਼ਹਿਰੀਲੀ ਦਵਾਈ ਖਵਾਉਂਦੇ? ਇੰਨੀ ਜ਼ਹਿਰੀਲੀ ਦਵਾਈ। ਫਿਰ ਮੈਨੂੰ ਆਂਦੇ ਨੇ ਕਿ ਪੈਂਡਸ ਦਾ ਆਪਰੇਸ਼ਨ ਹੈ। ਅਸੀਂ ਪੈਂਡਸ ਦਾ ਆਪਰੇਸ਼ਨ, ਜਦੋਂ ਬੱਚੀ ਦੀ ਕੰਡੀਸ਼ਨ ਜ਼ਿਆਦਾ ਖਰਾਬ ਹੋਣ ਲੱਗੀ ਫਿਰ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਪੈਂਡਸ ਦਾ ਇਹਦਾ ਆਪਰੇਸ਼ਨ ਹੋਣਾ ਹੈ, ਤੇ ਇਹਨੂੰ ਕਿੱਥੇ ਲੈ ਕੇ ਜਾ ਰਹੇ ਹਾਂ ਅਸੀਂ?
ਅਸੀਂ ਇਹ ਪਹਿਲਾਂ ਕਿ ਅਸੀਂ ਲੈ ਕੇ ਜਾਂਦੇ ਜਨਾਹ 'ਚ, ਮੈਨੂੰ ਨਹੀਂ ਇਹਨਾਂ ਨੇ ਪਹਿਲਾਂ ਦੱਸਿਆ ਵੀ ਜਨਾਹ 'ਚ ਨਹੀਂ, ਇਹ ਪਤਾ ਨਹੀਂ ਹੋਰ ਪਾਸੇ ਲੈ ਕੇ ਗਏ ਹੋਏ ਤੁਹਾਨੂੰ ਕਹਿੰਦੇ ਸੀ ਜਨਾਹ ਹਸਪਤਾਲ ਲੈ ਕੇ ਜਾ। ਹਾਂ ਜਨਾਹ 'ਚ ਆਖਿਆ ਉੱਥੋਂ ਅਸੀਂ ਪੈਂਡਸ ਦਾ ਆਪਰੇਸ਼ਨ ਕਰਵਾਉਣੇ। ਮੈਂ ਕਿਹਾ ਚਲੋ ਠੀਕ ਹੈ, ਮੈਂ ਛੁੱਟੀ ਮੰਗਾ। ਬੱਚੀ ਕਿੰਨੇ ਸਾਲ ਦੀ ਸੀ? ਉਹ ਹੋ ਗਈ ਸੀ ਵੀ 17ਵੇਂ 'ਚ ਲੱਗੀ ਹੋਈ ਸੀ। 16-17 ਸਾਲਾਂ ਦੀ ਬੱਚੀ ਸੀ। ਹਾਂ ਰਿਮਸ਼ਾ ਨਾ। ਹਾਂ ਰਿਮਸ਼ਾ ਉਹਦਾ ਨਾਂ ਸੀ। ਠੀਕ ਹੈ। ਤੇ ਵੀ 17ਵੇਂ 'ਚ ਹੋਣ ਲੱਗ ਗਈ ਸੀ ਤੇ ਉਹਨਾਂ ਨੇ ਉੱਥੇ ਲਿਜਾ ਕੇ ਵੀ ਆਪਰੇਸ਼ਨ ਕਰਵਾਇਆ ਹੈ। ਮੈਨੂੰ ਇਹ ਹੀ ਆਖਿਆ ਘਰੋਂ ਮੇਰੇ ਅੰਗੂਠਾ ਲਵਾ ਕੇ ਲੈ ਗਏ ਨੇ, 2 ਅੰਗੂਠੇ ਅੱਗੇ ਲੱਗੇ ਹੋਏ ਸਨ ਕਾਗਜ਼ ਦੇ ਉੱਤੇ, ਘਰੋਂ ਮੇਰਾ ਅੰਗੂਠਾ ਲਵਾ ਕੇ ਲੈ ਗਏ ਨੇ ਵੀ ਤਲਾ ਲੈ ਘਰ 'ਚ ਹੀ। ਮੈਂ ਆਖਿਆ ਇਹ ਕੀ ਆਂਦੇ ਨੇ, ਆਖੇ ਤੈਨੂੰ ਛੁੱਟੀ ਨਹੀਂ ਮਿਲਦੀ ਤੇ ਤੂੰ ਆਖੇ ਅੰਗੂਠਾ ਲਾ ਦੇ ਤੇ ਅਸੀਂ ਆਪਰੇਸ਼ਨ ਕਰਵਾ ਲੈਨੇ ਪਿੰਡ। ਤੁਸੀਂ ਉਸ ਵੇਲੇ ਨਾਲ ਨਹੀਂ ਗਏ ਜਦੋਂ ਆਪਰੇਸ਼ਨ ਕਰਵਾਉਣ ਗਏ ਨੇ? ਨਹੀਂ ਮੈਨੂੰ ਕੋਈ ਪਤਾ ਨਹੀਂ। ਉੱਥੇ ਲਿਜਾ ਕੇ ਇਹਨਾਂ ਨੇ ਸ਼ਾਦੀशुदा ਲਿਖਾ ਕੇ ਸਾਰਾ ਕੁਝ ਆਪਰੇਸ਼ਨ ਕਰਵਾਇਆ ਇਹਨਾਂ। ਕਿਸ ਚੀਜ਼ ਦਾ ਆਪਰੇਸ਼ਨ ਕਰਵਾਇਆ? ਉਹ ਵੀ ਬੱਚੇ ਦਾ। ਉਹ ਵੀ ਹਮਲ ਦਾ ਹੀ ਸੀ? ਹਾਂ ਬੱਚੇ ਦਾ ਆਪਰੇਸ਼ਨ ਇਹਨਾਂ ਨੇ, ਬੱਚਾ ਵੀ ਦੁਨੀਆ 'ਚ ਨਾ ਆਵੇ। ਹਾਂ ਫਿਰ ਵੀ ਦੂਸਰਾ ਹੈਗਾ ਸੀ 7 ਮਹੀਨਿਆਂ ਦਾ ਬੱਚਾ, ਵੀ ਉਹ ਦਵਾਈਆਂ ਖਵਾਈ ਰੱਖੀਆਂ ਬੱਚੇ ਦਾ, ਵੀ ਸਾਰਾ ਜਿਹੜਾ ਖੂਨ ਹੈਗਾ ਸੀ ਖਤਮ ਹੋ ਗਿਆ। ਤੇ ਰਿਮਸ਼ਾ ਦੀ ਵੀ ਤਬੀਅਤ ਜ਼ਿਆਦਾ ਖਰਾਬ ਹੋਣ ਲੱਗ ਪਈ, ਵੀ ਅਸੀਂ ਘਰ ਲੈ ਆਂਦੀ ਉੱਥੋਂ ਆਪਰੇਸ਼ਨ ਕਰਵਾ ਕੇ। ਮੈਨੂੰ ਕਿਸ ਵੇਲੇ ਤੁਹਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਪਿਓ ਹੈ ਇਹ ਜਿਨਸੀ ਜ਼ਿਆਦਤੀ ਦਾ ਬੱਚੇ ਨੂੰ ਨਿਸ਼ਾਨਾ ਬਣਾ ਰਿਹਾ? ਇਹਨਾਂ ਨੇ ਨਾ ਵੀਰੇ ਵੀ ਇਹਦਾ ਜਿਹੜਾ ਮਾਮੂ ਸੀ ਨਾ, ਜਿਹੜਾ ਤਲਾ ਤੇ ਰਹਿੰਦਾ ਸੀ, ਹਾਂਜੀ, ਉਹਦੇ ਤੇ ਉਹਦੇ ਬੇਟੇ ਤੇ ਸਾਰੀ ਗਾਣੀ ਥੱਪੀ ਸੀ। ਉਹਦਾ ਨਾਂ ਹੈ ਮੁੰਨਾ, ਉਹ ਮੁੰਡੇ ਦਾ ਨਾਂ, ਉਹਦੇ ਤੇ ਸਾਰਾ ਕਲੇਮ ਇਹਨਾਂ ਨੇ ਥੱਪਿਆ ਹੋਇਆ ਸੀ। ਪਤਾ ਕਿਹੜੇ ਵੇਲੇ ਚੱਲਿਆ ਮੇਰੀ ਭੈਣ ਤੁਹਾਨੂੰ ਕਿ ਇਹ ਬੱਚੀ ਜਿਹੜੀ ਇਹ ਹਮਲ ਦੇ ਵਿੱਚ ਹੈਗੀ, ਉਹ ਉਮੀਦ ਤੋਂ ਹੈਗੀ ਹੈ? ਵੀਰੇ ਮੈਨੂੰ ਪਹਿਲਾਂ ਕੋਈ ਪਤਾ ਨਹੀਂ ਹੈਗਾ ਸੀ ਵੀ ਉਸ ਵੇਲੇ ਪਤਾ ਚੱਲਿਆ ਜਦੋਂ ਹਸਪਤਾਲ ਲੈ ਕੇ ਗਏ ਨੇ ਪੈਂਡਸ ਦਾ ਆਪਰੇਸ਼ਨ ਕਰਵਾਉਣ। ਪੈਂਡਸ ਦਾ ਆਪਰੇਸ਼ਨ ਉਹ ਵੀ ਮੇਰੀ ਆਪੀ ਉੱਥੇ ਗਈ ਹੈ ਨਾ, ਤੇ ਮੇਰਾ ਭਾਣਜਾ ਇਹਨਾਂ ਨੂੰ ਕਾਲ ਕੀਤੀ ਸਜਾਦ ਨੇ ਵੀ ਤੂੰ ਇੱਥੇ ਆ ਜਾ ਤੇ ਰਿਮਸ਼ਾ ਦਾ ਪੈਂਡਸ ਦਾ ਆਪਰੇਸ਼ਨ ਹੋਇਆ। ਇਹਨੇ ਆਖਿਆ ਚਲੋ ਠੀਕ ਹੈ ਅਸੀਂ ਆਨੇ। ਠੀਕ ਹੈ। ਇਹਨਾਂ ਨੂੰ ਉਸੇ ਟਾਈਮ ਸ਼ਾਮ ਟਾਈਮ ਇਹਨਾਂ ਨੇ ਤਿਆਰੀ ਕੀਤੀ ਹੈ। ਇਹ ਫਿਰ ਹਸਪਤਾਲ ਪਹੁੰਚੇ ਨੇ, ਉੱਥੋਂ ਪਤਾ ਚੱਲਿਆ? ਹਾਂ ਉੱਥੇ ਜਨਾਹ ਚੱਪੜੇ ਨਾ ਜਿਸ ਟਾਈਮ ਉੱਥੇ ਫਿਰ ਉਹ ਜਿਹੜੀ ਇੱਕ ਮੈਡਮ ਆਈ ਲੇਡੀ ਡਾਕਟਰ, ਉਹ ਆਈ, ਉਹਨੇ ਆਖਿਆ ਵੀ ਤੁਸੀਂ ਕੋਈ ਕਾਰਵਾਈ ਕਰਨੀ। ਮੇਰੀ ਆਪੀ ਨੇ ਆਖਿਆ ਵੀ ਕਾਰਵਾਈ ਕਾਦੀ? ਵੀ ਪੈਂਡਸ ਦਾ ਆਪਰੇਸ਼ਨ, ਇਹਦਾ ਕਾਰਵਾਈ ਕਾਦਾ ਹੋਣਾ ਹੈ? ਇਹਨੇ ਆਖਿਆ ਵੀ ਮੈਨੂੰ ਦੱਸੋ ਤਾਂ ਸਹੀ ਵੀ ਕੀ ਰੋਲਾ ਹੈ ਤੇ ਕੀ ਨਹੀਂ ਹੈ। ਇਹਨੇ ਨਾ ਸਜਾਦ ਨੇ ਵੀ 15,000 ਕੱਢ ਕੇ ਤੇ ਉਹ ਲੇਡੀਜ਼ ਡਾਕਟਰ ਨੂੰ ਦੇ ਦਿੱਤਾ। ਉਹ ਚੁੱਪ ਕਰਕੇ ਸਾਈਡ ਤੇ ਬੰਦ ਕਰਤਾ। ਠੀਕ ਹੈ। ਮੂੰਹ ਬੰਦ ਕਰ ਦਿੱਤਾ। ਕੋਲੇ ਇਮਰਾਨ ਵੀ ਸੀ, ਜੇ ਸਜਾਦ ਸੀ ਨਾ ਜਿਹੜਾ, ਇਹ ਸਾਹਮਣੇ ਸ਼ੀਸ਼ਾ ਲੱਗਿਆ ਹੋਇਆ ਸੀ, ਇਹ ਸਾਹਮਣਾ ਖਲੋ ਜਾਂਦਾ ਸੀ ਰਿਮਸ਼ਾ ਨੂੰ, ਜੇ ਤੂੰ ਕੋਈ ਗੱਲ ਕੀਤੀ ਤਾਂ ਮੈਂ ਤੈਨੂੰ ਮਾਰ ਦਿਆਂਗਾ। ਪਿਸਤੌਲ ਉਸ ਵਕਤ ਵੀ ਉਹਦੇ ਕੋਲ ਸੀ। ਇੰਨਾ ਬੱਚੀ ਨੂੰ ਡਰਾਇਆ ਸੀ, ਇੰਨਾ ਧਮਕਾਇਆ ਸੀ ਕਿ ਉਹਦਾ ਸਾਹ ਲੈਣਾ ਵੀ ਔਖਾ ਕੀਤਾ। ਹਾਂ ਸਜਾਦ ਨੇ ਹੀ ਬੂਹੇ ਦੇ ਅੱਗੇ ਵੀ ਜਿਹੜਾ ਸ਼ੀਸ਼ਾ ਲੱਗਿਆ ਸੀ ਉਹਦੇ ਅੱਗੇ ਖਲੋ ਜਾਣਾ ਤੇ ਜਿਹੜਾ ਇਮਰਾਨ ਸੀ ਉਹ ਕੋਲੇ ਬਹਿ ਜਾਣਾ। ਮੇਰੀ ਆਪੀ ਨੂੰ ਨਹੀਂ ਬਹਿਣ ਦਿੰਦੇ ਸੀ। ਫਿਰ ਮੇਰੀ ਆਪੀ ਨੇ ਮੈਨੂੰ ਕਾਲ ਕੀਤੀ ਵੀ ਤੂੰ ਐਂ ਕਰ ਵੀ ਤੂੰ ਇਕਰੀ ਆ, ਵੀ ਮੈਨੂੰ ਤਾਂ ਹੋਰ ਹੀ ਕੋਈ ਮਸਲਾ ਗੜਬੜ ਲੱਗਦਾ, ਵੀ ਤੂੰ ਇਕਰੀ ਆ ਤਾਂ ਸਹੀ। ਮੈਂ ਫਿਰ ਗਈ ਆ ਭਾਈ, ਤੇ ਕੁੜੀ ਬੋਲਦੀ ਕੋਨੀ ਸੀ। ਫਿਰ ਤੁਹਾਨੂੰ ਸ਼ੱਕ ਹੋ ਗਿਆ ਤੇ ਮਾਂ ਜੀ ਤੁਸੀਂ ਉਸ ਵੇਲੇ ਕਿਉਂ ਨਹੀਂ ਪੁਲਿਸ ਨੂੰ ਕਾਲ ਕੀਤੀ? ਵੀਰੇ ਇਹਨਾਂ ਨੇ ਸਾਰਾ ਕੁਝ ਉੱਥੇ ਵੀ ਸ਼ਾਦੀशुदा ਲਿਖਾ ਕੇ ਤੇ ਸਾਰਾ ਕੁਝ ਇਹਨਾਂ ਨੇ ਕਰਵਾਇਆ ਸੀ। ਅੱਛਾ। ਉੱਥੇ ਮੈਨੂੰ ਬੋਲਣ ਹੀ ਨਹੀਂ ਦਿੰਦੇ ਸਨ। ਤੁਸੀਂ ਚੁੱਪ ਕਰ ਜਾਓ, ਅਸੀਂ ਹੈ ਨਾ। ਤੁਸੀਂ ਕਿਹਾ ਚਲੋ ਪਿਓ ਜਦੋਂ ਅੱਗੇ ਆ ਤੇ ਮੈਂ ਕੀ ਕਰਨਾ ਹੈ। ਹਾਂ ਫਿਰ ਇਹਨਾਂ ਨੇ ਮੇਰਾ ਮੋਬਾਈਲ ਖੋਹ ਲਿਆ। ਅੱਛਾ। ਜਿਹੜਾ ਮੇਰੇ ਕੋਲ ਮੋਬਾਈਲ ਸੀ ਨਾ, ਇਹਨਾਂ ਨੇ ਸਿਮਾਂ ਮੇਰੀਆਂ ਬੰਦ ਕਰਤੀਆਂ ਵੀ ਪਿੱਛੋਂ ਇਹਨਾਂ ਦੇ ਵੀ ਪੇਕਿਆਂ ਦੇ ਵਿੱਚੋਂ ਕੋਈ ਫੋਨ ਨਾ ਇਹਨੂੰ ਕਰ ਲਵੇ। ਫਿਰ ਵੀ ਮੇਰੀ ਆਪੀ ਉੱਥੇ ਆਈ ਹੋਈ ਸੀ। ਮੇਰੀ ਆਪੀ ਆਂਦੀ ਹੈ ਵੀ ਕਲੀਮਾ ਮੈਨੂੰ ਤਾਂ ਕੋਈ ਮਸਲਾ ਗੜਬੜ ਲੱਗਦਾ, ਵੀ ਇਹ ਨਾ ਬੱਚੇ ਦਾ ਮਸਲਾ ਹੈ ਕੋਈ। ਮੈਂ ਫਿਰ ਉਤੋਂ ਵੇਖਿਆ ਪੇਟ ਤੋਂ ਲਾ ਕੇ, ਮੈਂ ਕਿਹਾ ਇਹ ਆਪਰੇਸ਼ਨ ਤਾਂ ਸਾਈਡ ਤੋਂ ਹੋਣਾ ਚਾਹੀਦਾ ਸੀ ਪੈਂਡਸ ਦਾ, ਤੇ ਇੱਥੋਂ ਕਿਵੇਂ ਸਿੱਧਾ ਕੀਤਾ ਉਹਨਾਂ ਨੇ? ਆਂਦੇ ਨੇ ਆਖੇ ਨਹੀਂ, ਆਖੇ ਇਹ ਆਖੇ ਪੈਂਡਸ ਦਾ ਆਪਰੇਸ਼ਨ ਹੈ ਤੇ ਇਹ ਜਿਹੜੀ ਗਜ਼ਾਲ ਹੀ ਨਾਲੀ ਸੀ ਨਾ, ਉਹ ਥੋੜਾ ਜਿਹਾ ਉਹਦੇ ਚ ਮਸਲਾ ਹੈਗਾ ਸੀ, ਤਾਂ ਵਾਸਤੇ ਆਖੇ ਇੱਥੋਂ ਕੀਤਾ ਆਪਰੇਸ਼ਨ। ਕਿਸ ਤਰ੍ਹਾਂ ਮੇਰੀ ਭੈਣ ਉਹ ਤੁਹਾਡੇ ਨਾਲ ਖੇਡਦੇ ਰਹੇ ਨੇ, ਕਿਵੇਂ ਉਹਨਾਂ ਨੇ ਤੁਹਾਨੂੰ ਪਾਗਲ ਬਣਾਇਆ? ਅੱਲਾ ਜਾਣੇ ਵੀਰੇ, ਮੈਨੂੰ ਉਹਨਾਂ ਨੇ ਪਾਗਲ ਬਣਾ ਦਿੱਤਾ। ਮੈਂ ਸਵੇਰ 6 ਵਜੇ ਜਾਣਾ, ਸ਼ਾਮੀ 7-8 ਵੱਜ ਜਾਣੇ ਮੈਨੂੰ। ਬੱਚੀ ਉੱਥੋਂ ਫਿਰ ਹਸਪਤਾਲ ਚੋਂ ਡਿਸਚਾਰਜ ਹੋ ਗਈ? ਹਾਂਜੀ। ਫਿਰ ਉੱਥੋਂ ਨਾ ਵੀ ਉਹ ਰਹਿਣ ਲੱਗ ਪਈ, ਤੁਸੀਂ ਘਰ ਲੈ ਆਏ? ਹਾਂ ਅਸੀਂ ਘਰ ਲੈ ਆਂਦੀ, ਮਹੀਨਾ ਠੀਕ ਰਹੀਏ। ਮਹੀਨੇ ਤੋਂ ਬਾਅਦ ਫਿਰ ਉਹ ਅਸਲੋ ਵੀ ਹਾਲਾਤ ਹੁੰਦੀ ਡਾਉਣ ਹੀ ਡਾਉਣ ਹੁੰਦੀ ਗਈ ਹੈ, ਮੰਜੀ ਦੇ ਨਾਲ ਹੀ ਆਂਦੀ ਗਈ ਬੱਚੀ। ਤੁਸੀਂ ਆਪਣੀ ਹੱਥਾਂ ਨਾਲ ਬੱਚੀ ਨੂੰ ਫਿਰ ਇੱਕ ਹਿਸਾਬ ਦਾ ਤੋਰਿਆ? ਫਿਰ ਮੈਂ ਵੱਡਾ ਛੋਟਾ ਪਿਸ਼ਾਬ ਉਹਨੇ ਵਿੱਚ ਹੀ ਕਰਨਾ ਵੀਰੇ,
ਇੰਨੀ ਹਾਲਤ ਬੱਚੀ ਦੀ ਖਰਾਬ ਹੋ ਗਈ ਸੀ ਕਿ ਬੱਚੀ ਛੋਟਾ ਵੱਡਾ ਪਿਸ਼ਾਬ ਵਿੱਚੇ ਕਰਦੀ ਸੀ। ਆ ਸਾਡਾ ਰਕਸ਼ਾ ਹੈ, ਮੈਂ ਰਕਸ਼ੇ 'ਚ ਪਾ ਕੇ ਜਿੱਥੇ ਇੱਕ ਮੇਰਾ ਭਾਣਜਾ ਹੈ ਅਸੀਂ ਉਹਨੂੰ ਨਾਲ ਲੈ ਕੇ ਜਾਣਾ, ਜਿੱਥੋਂ ਕੋਈ ਸਾਨੂੰ ਦੱਸਦਾ ਅਸੀਂ ਉੱਥੋਂ ਦਵਾਈ ਲਿਆਣੀ, ਜਿਨ੍ਹਾਂ 'ਚੋਂ ਵੀ ਅਸੀਂ ਕਿੰਨੀ ਦਫਾ ਲਿਆ। ਕਿਸੇ ਨੇ ਵੀ ਤੁਹਾਨੂੰ ਇਹ ਨਹੀਂ ਦੱਸਿਆ ਕਿ ਮਸਲਾ ਕੋਈ ਹੋਰ ਹੈ, ਦੱਸਿਆ ਤੁਹਾਨੂੰ ਕੁਝ ਹੋਰ ਜਾ ਰਿਹਾ? ਨਹੀਂ, ਸਾਨੂੰ ਕਿਸੇ ਨੇ ਨਹੀਂ ਦੱਸਿਆ। ਫਿਰ ਅਸੀਂ ਜਿਨ੍ਹਾਂ ਦੇ ਵਿੱਚ ਗਏ ਆ ਵੀ ਜਿਨ੍ਹਾਂ 'ਚੋਂ ਵੀ ਅਸੀਂ ਦਵਾਈ 4-5 ਦਫਾ ਲਿਆਂਦੀ ਏ। ਪੇਟ ਦੇ ਵਿੱਚੋਂ 2-3 ਚੀਜ਼ਾਂ ਕਢਵਾਈਆਂ ਹੋਈਆਂ ਨੇ ਇਹਨਾਂ ਨੇ, ਸਜਾਦ ਨੇ ਤੇ ਇਮਰਾਨ ਨੇ, ਦੋਵਾਂ ਨੇ। ਹਾਲਾਤ ਫਿਰ ਆਪੇ ਹੀ ਡਾਊਨ ਹੋਣੀ ਸੀ ਤੇ ਥੱਲੇ ਹੀ ਥੱਲੇ ਬੱਚੀ ਨੇ ਜਾਣਾ ਸੀ। ਆਪਣਾ ਗੁਨਾਹ ਲੁਕਾਉਣ ਵਾਸਤੇ ਇਹਨਾਂ ਨੇ ਇੱਕ ਮਾਸੂਮ ਜ਼ਿੰਦਗੀ ਨੂੰ ਦਾਅ ਤੇ ਲਾਤਾ। ਹਾਂ ਐਵੇਂ ਵੀਰੇ, ਫਿਰ ਇਹ ਹੋ ਗਈ ਵੀ ਜਿਵੇਂ ਬੰਦਾ ਕੋਮਾ 'ਚ ਜਾਂਦਾ ਰਹਿੰਦਾ ਪਾਗਲਾਂ ਤਰ੍ਹਾਂ। ਨਾ ਕੁਝ ਬੋਲਦੀ ਸੀ ਨਾ ਕੋਈ ਗੱਲ ਕਰਦੀ ਸੀ, ਅੱਖਾਂ ਜਿੱਥੇ ਰੁਕ ਗਈਆਂ ਉੱਥੇ ਰੁਕ ਗਈਆਂ। ਤੁਸੀਂ ਤੇ ਦੇਖ ਦੇਖ ਕੇ ਹਾਲ ਬੇਹਾਲ ਹੋ ਜਾਂਦੇ ਹੋਵੋਗੇ। ਵੀਰੇ ਮੇਰੀ ਇਹੀ ਹਾਲਾਤ ਤਾਂ ਨਹੀਂ ਸੀ ਜਿਵੇਂ ਹੁਣ ਹੋਈ ਪਈ। ਮੈਂ ਆਦੀ ਬੱਚੀ ਤੇ ਦੁੱਖਾਂ ਨਾਲ ਹੀ ਹੋ ਗਈ। ਮੈਂ ਸ਼ਾਮ ਸਵੇਰੇ ਉਹਨੇ ਨਾ ਵੀ ਜਿੰਨਾ ਉਹਨੂੰ ਖਵਾਣਾ ਨਾ ਉਹਨੂੰ ਮੋਸ਼ਨ ਲੱਗੇ ਹੀ ਰਹਿੰਦੇ ਸਨ, ਮੋਸ਼ਨ ਨਹੀਂ ਉਹਨੂੰ ਹਟੇ, ਮੋਸ਼ਨ ਲੱਗੇ ਲਗਾਏ। ਵੱਡਾ ਛੋਟਾ ਪਿਸ਼ਾਬ ਉਹਨੇ ਵਿੱਚੇ ਕਰਨਾ, ਮੈਂ ਆਪ ਧੋਣਾ, ਆਪ ਉਹਨੂੰ ਮੰਜੀ ਤੇ ਪਾ ਕੇ, ਪੱਟੀ ਵਾਲੀ ਮੰਜੀ ਤੇ ਚਾਰਪਾਈ ਤੇ ਪਾ ਕੇ ਉਹਨੂੰ ਆਪ ਨਵਾਉਣਾ, ਆਪ ਹੀ ਉਹਦੇ ਸਿਰ ਦੇ ਵਾਲ ਸਾਰੇ ਲਹਿ ਗਏ कमजोरी की वजह तो। इस कदर वो जालिम इंसान थे कि अपना गुनाह छुपाने के लिए एक जान नहीं बल्कि 2 जानों को उन्होंने कत्ल किया। अब सिर्फ अपना गुनाह छुपाने के लिए एक माँ, एक मासूम माँ, उसको उसकी बेटी से दूर कर दिया, उस बच्ची का कत्ल कर दिया। फिर वीरे मतलब 4 दिनों तो बोली है, सिर्फ 4 दिन रहंदे सन फौत होण। फिर उन्हें मैनू सारा कुछ मेरी आप ही नूं दस्सिया भी इं करके अम्मी, मैनू भी फिर बाद च दस्सिया भी ये खाला मेरे नाल आज ना करदे रहे। सजाद ने भी कीता ते अब्बू ने भी कीता, ज़ना बिल जबर करते हैं। हाँ लगातार 4-5-6 महीने मैनू बोलन नहीं देंदे सन। मैं अम्मी नूं दसदी सन ते मैनू दसन नहीं देंदे, सिर ते खड़े रहंदे सन। अच्छा जो बच्ची दी डेथ होने वाली सी तो 4 दिन पहले बच्ची ने दस्सिया कि माँ जी मेरे नाल ए कुछ हो चुकिया हुण तक। 4 दिन पहला जुल्म उस बच्ची ने आया, फिर जाके उन्हें दस्सिया। फिर वीरे जिले मतलब सानू दस्सिया उन्हें, असीं इत्थों दरखास्त लिखाई, लिखा के दरखास्त मांगा मंडी चों ते फिर असीं थाणे दे के आंदी। ਜਿਹੜਾ SHO है ना ਉਹਨੂੰ ਅਸੀਂ ਦੇ ਆਂਦੀ। ਉਹਨੇ ਆ ਕਿ ਵੀ ਠੀਕ ਹੈ ਤੁਹਾਡਾ ਪਰਚਾ ਕੱਟਿਆ ਜਾਏਗਾ, ਵੀ ਸਭ ਕੁਝ ਉੱਤੇ ਲਿਖਿਆ ਹੋਇਆ ਸੀ ਜਿਸ ਤਰ੍ਹਾਂ ਬੱਚੀ ਨਾਲ ਹੋਇਆ ਉਸੇ ਤਰ੍ਹਾਂ ਵੀ ਸਾਡਾ ਪਰਚਾ ਚਲੋ ਇਹ ਕੱਟ ਦੇਣਗੇ। ਬੱਚੀ ਐਵੇਂ ਲੱਭੀ, ਨਾਲ ਥਾਣੇ 'ਚੋਂ ਇੱਕ ਬੰਦਾ ਆਇਆ ਹੈ। ਅੱਛਾ ਜਦੋਂ ਬੱਚੀ ਨੇ ਦੱਸ ਦਿੱਤਾ ਤੇ ਉਸ ਟਾਈਮ ਉਹ ਫਰਾਰ ਸਨ? ਹਾਂ ਦੋਵੇਂ ਦਰਿੰਦਾ, ਉਹ ਦੋਨੇ ਦਰਿੰਦੇ ਉਸ ਵੇਲੇ ਹਾਂ ਦੋਵੇਂ ਫਰਾਰ ਹੋ ਗਏ ਸਨ। ਇੱਕ ਇੱਥੇ ਗੱਡੀ ਚਲਾਉਂਦਾ ਸੀ ਦੁੱਧ ਵਾਲੀ ਟੈਂਕੀ, ਜਿਹੜਾ ਉਹਦਾ ਇਮਰਾਨ ਦਾ ਮਸੇਰ ਸੀ ਨਾ ਸਜਾਦ, ਉਹ ਗੱਡੀ ਚਲਾਉਂਦਾ ਸੀ ਇੱਥੇ ਦੁੱਧ ਵਾਲੀ ਟੈਂਕੀ। ਪਹਿਲਾਂ ਨਾ ਗੱਡੀ ਤੇ ਦੋਵੇਂ ਇਕੱਠੇ ਹੀ ਰਹਿੰਦੇ ਸਨ ਤੇ ਉਹ ਜਿੱਲੇ ਰਿਮਸ਼ਾ ਫੌਤ ਹੋਣ ਤੇ ਆਈਏ ਫੌਤ ਹੋ ਗਈ ਉਸ ਟਾਈਮ ਵੀ ਪੁਲਿਸ ਵਾਲਿਆਂ ਨੇ ਵੀ ਉਸ ਟਾਈਮ ਵੀ ਪਰਚਾ ਕੱਟਿਆ। ਜਿਹੜੇ ਅੱਜ ਰਿਮਸ਼ਾ ਫੌਤ ਹੁੰਦੀ ਤੇ ਦੂਸਰੇ ਦਿਨ ਉਹਨਾਂ ਨੇ ਪਰਚਾ ਕੱਟਿਆ। ਉਹਨਾਂ ਨੇ ਫੌਰੀ ਐਕਸ਼ਨ ਨਹੀਂ ਲਿਆ। ਅਗਰ ਐਕਸ਼ਨ ਲੈ ਲੈਂਦੇ ਤੇ ਉਹ ਹੋ ਸਕਦਾ ਸੀ ਕਿ ਉਹ ਦੋਵੇਂ ਮੁਲਜ਼ਮਾਨ ਮੌਕੇ ਤੇ ਫੜੇ ਜਾਂਦੇ। ਹਾਂ ਮੌਕੇ ਤੇ ਫੜੇ ਜਾਣਾ। ਉਹਨਾਂ ਨੇ ਨਹੀਂ ਪਰਚਾ ਕੱਟਿਆ। ਉਹਨਾਂ ਨੇ ਵੀ ਜਿਹੜੇ ਦਿਨ ਰਿਮਸ਼ਾ ਫੌਤ ਹੋਈ ਹੈ ਗੱਡੀ ਵੀ ਗਈ ਸਾਡੇ ਨਾਲ, ਇੱਕ ਗਈ ਪੁਲਿਸ ਵਾਲੀ ਪਿੱਛੇ। ਅਸੀਂ ਪਿੰਡ ਲੈ ਗਏ ਮਲਤਾਨ ਖਾਨੇਵਾਲ, ਉੱਥੇ ਜਾ ਕੇ ਵੀ ਅਸੀਂ ਦਫਨਾਈ ਵੀ ਮੁਲਾਜ਼ਾ ਮਲੂਜ਼ਾ ਸਾਰਾ ਕੁਝ। ਅੱਛਾ ਹੁਣ ਕੋਈ ਐਪਲੀਕੇਸ਼ਨ ਦਿੱਤੀ ਇਹਨਾਂ ਮੁਲਜ਼ਮਾਨ ਦੇ ਖਿਲਾਫ? ਕੋਈ ਐਪਲੀਕੇਸ਼ਨ, ਕੋਈ FIR ਕਰਵਾਈ ਹੈ? ਹੁਣ ਵੀ ਉਹਨਾਂ ਦੇ ਪਰਚਾ ਹੀ ਹੈਗਾ ਵੀ ਕਤਲ ਦਾ ਪਰਚਾ ਹੈ। ਉਹਨਾਂ ਨੇ ਜਿਹੜਾ ਜਨਾਹ ਦਾ ਹਲੇ ਵੀ ਨਹੀਂ ਹੋਇਆ। ਨਹੀਂ ਜਨਾਹ ਦਾ ਪਰਚਾ ਅਜੇ ਵੀ ਨਹੀਂ ਹੋਇਆ। ਵੀ ਉਹ ਜੀ ਕੀ ਹਿਸਾਬ ਦੇ ਨੇ ਵੀਰੇ, ਮੈਂ ਅਨਪੜ੍ਹ ਹੈਗੀ ਆ। ਦੂਸਰਾ ਸਜਾਦ ਹੈ ਨਾ ਉਹ ਫੜਿਆ ਗਿਆ ਤੇ ਜਿਹੜਾ ਮੇਰਾ ਬੰਦਾ ਹੈ ਉਹ ਨਹੀਂ ਫੜੀ ਜਾਏਗਾ, ਉਹ ਫਰਾਰ ਹੈ। ਉਹ ਹਲੇ ਵੀ ਫਰਾਰ। ਪੁਲਿਸ ਨੇ ਹਲੇ ਤੱਕ ਤੁਹਾਨੂੰ ਕੀ ਰਿਸਪੌਂਸ ਦਿੱਤਾ? ਕੋਈ ਕਿਹਾ ਹੈ ਕਿ ਕੋਈ ਕਾਰਵਾਈ ਕਰ ਰਹੇ ਆ ਜਾਂ ਇਹਨਾਂ ਦੇ ਖਿਲਾਫ ਕੋਈ ਛਾਪੇ ਮਾਰੇ ਜਾ ਰਹੇ ਨੇ ਨਾਲ ਫੜਨ ਵਾਸਤੇ? ਅਸੀਂ ਵੀਰੇ ਜਿਸਲੇ ਵੀ ਜਾਂਦੇ, ਅਸੀਂ ਰਾਤੀ ਵੀ ਗਏ ਆ, ਉਹ ਜਿਸਲੇ ਜਾਂਦੇ ਅਸੀਂ ਇਮਰਾਨ ਨੂੰ ਫੜ ਲਾਂਗੇ, ਅਸੀਂ ਐਂ ਕਰ ਦੇਂਗੇ ਫਲਾਣਾ ਕਰ ਦੇ। ਕਿਸੇ ਪੈਸਿਆਂ ਦਾ ਮੁਤਾਲਬਾ ਹੋਇਆ ਹੋਵੇ? ਪੈਸੇ ਵੀ ਸਜਾਦ ਕੋਲੋਂ ਉਹਨਾਂ ਨੇ ਪੈਸੇ ਖਾਦੇ ਨੇ। ਅੱਛਾ ਸ਼ੋਰ ਕਨਫਰਮ ਹੈ ਤੁਹਾਨੂੰ? ਵਾਕਈ ਸਾਨੂੰ ਪਤਾ ਹੈ ਨਾ। ਤੁਹਾਡੇ ਕੋਲ ਕੋਈ ਪੈਸੇ ਮੰਗੇ ਉਹਨਾਂ? ਨਹੀਂ ਸਾਡੇ ਕੋਲ ਵੀ ਇੱਕ ਭਾਈ ਹੈਗਾ ਜਿਹਨੇ ਵੀ ਸਾਡਾ ਕੇਸ ਕਰਵਾਇਆ ਨਾ, ਉਹਦੇ ਤੋਂ ਵੀ ਪੈਸੇ ਅਸੀਂ ਲੈ ਕੇ ਦਿੱਤੇ। ਜਿੱਥੇ ਮੇਰੇ ਬੱਚੇ ਵੀ, ਮੇਰਾ ਬੱਚਾ ਕੰਮ ਕਰਦਾ ਹੈ ਨਾ, ਉਹਦੇ ਕੋਲੋਂ ਵੀ ਪੈਸੇ ਅਸੀਂ ਵੀ ਦਿੱਤੇ ਨੇ ਉਹਨੂੰ। ਹਾਂ ਸਾਡੇ ਕੋਲੋਂ ਵੀ ਪੈਸੇ ਖਾਦੇ ਨੇ ਤੇ ਉਧਰੋਂ ਵੀ ਪੈਸੇ ਖਾਦੇ ਹੋਏ ਨੇ। ਅੱਛਾ ਮੇਰੀ ਭੈਣ ਚਲੋ ਅੱਲਾਹ ਪਾਕ ਤੁਹਾਡੇ ਵਾਸਤੇ ਆਸਾਨੀ ਕਰੇ, ਉਸ ਬੱਚੀ ਦੇ ਜਿਹੜੇ ਦਰਜਾਤ ਬੁਲੰਦ ਕਰੇ ਤੇ ਤੁਹਾਨੂੰ ਸਬਰ ਜਮੀਲ ਅਤਾ ਫਰਮਾਏ। ਸਾਡੀ ਚੀਫ ਮਿਨਿਸਟਰ ਮਰੀਮ ਨਵਾਜ਼ ਸਾਹਿਬਾ
बड़ी मुतहरक है, किसी दे नाल कोई ज्यादती हुंदी कोई फौरी एक्शन लेंदे ने। उन्होंने की कहना चाहोगे? कहंदी खवातीन मेरे वास्ते ने, मेरी रेड लाइन है। मेरे मैं हथ जोड़ के ये अपील करनी, मेरी मरियम ਨੂੰ ਆਏ ਤੇ ਕਰੇ ਇਹ ਗੱਲ ਪਹੁੰਚਾਵੇ ਨਾ। ਮੈਂ ਬਦਲਾ ਲੈਣਾ ਚਾਹਨੀ ਹਾਂ, ਮੈਂ ਉਹਨਾਂ ਦੋਵਾਂ ਦਰਿੰਦਿਆਂ ਨੂੰ ਮਰਵਾਉਣਾ ਚਾਹਨੀ ਹਾਂ। ਜਿਸ ਤਰ੍ਹਾਂ ਮੇਰੀ ਬੱਚੀ ਤੜਫ ਤੜਫ ਕੇ ਮਰੀ, ਮੈਂ ਵੀ ਮਰਵਾਉਣਾ ਉਹਨਾਂ ਨੂੰ। ਹੋਰ ਕੁਝ ਨਹੀਂ ਮੈਨੂੰ ਚਾਹੀਦਾ, कोई शय भी नहीं। मेरे साथ इस वक्त मकतूला की वालिदा मौजूद थे, इनसे हमने बात की। इनकी हुकूमत वक्त से ख़ासकर चीफ़ मिनिस्टर मरियम नवाज़ साहिबा से सिर्फ ये रिक्वेस्ट है, खुदारा हम लोगों पे रहम खाया जाए और मेरी बेटी के उन कातिलों को जल्द अज जल्द कैफर किरदार तक पहुँचाया जाए, मुझे और मेरी बेटी को इंसाफ दिलाया जाए। जी।